ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗੈ ਜੋ ਦੇ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ। ਕੇਤੇ ਖਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ। ਕੇਤੇ ਮੂਰਖ ਖਾਹੀ ਖਾਹੇ, ਕੇਤਿਆਂ ਦੁਖ ਭੂਖ ਸਦ ਮਾਰ। ਇਹ ਭੇਦਾਤ ਤੇਰੀ ਦਾਤਾ, ਬੰਦ ਖਲਾਸੀ ਪਾਣੈ ਹੋਏ। ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕ ਆਖਣ ਪਾਏ। ਉਹ ਜਾਣੈ ਜੇਤੀਆਂ ਮੋਹ ਖਾਏ, ਆਪੇ ਜਾਣੈ ਆਪੇ ਦੇ। ਆਖੈ ਸੇ ਪੇ ਕਈ ਕੇ, ਜਿਸਨੋ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਸਨੋ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ। ਸਾਰਿਆਂ ਨੇ ਬੜੇ ਪਿਆਰ ਅਤੇ ਟਿਕਾ ਦੇ ਨਾਲ ਬੈਠ ਕੇ ਜਪਜੀ ਸਾਹਿਬ ਜੀ ਦੀ 25ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। We have just listened to the part of the 25th ਪੌੜੀ of ਜਪਜੀ ਸਾਹਿਬ। ਆਓ ਜਪਜੀ ਸਾਹਿਬ ਜੀ ਦੀ ਇਸ ਪੌੜੀ ਨੂੰ ਸਮਝਣ ਦਾ ਯਤਨ ਕਰੀਏ। Let us try to understand what ਪਾਤਸ਼ਾਹ is explaining to us in this ਪੌੜੀ। ਸੋ ਸ਼ੁਰੂਆਤ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਬਹੁਤਾ ਕਰਮ ਲਿਖਿਆ ਨਾ ਜਾਏ। ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ। ਕਹਿੰਦੇ ਜਿਹੜੀ ਉਹਨਾਂ ਨਿਯਮਾਂ ਦੀ ਬਖਸ਼ਿਸ਼ ਹੈ, the blessings one can obtain by understanding that system of nature, they are very unique. They are so unique that one cannot begin to describe them. Why? Because everyone's situation is different. Whatever you put in, you will gain. ਹਰੇਕ ਦਾ ਮਾਹੌਲ ਵੱਖੋ ਵੱਖਰਾ ਹੈ। ਜੋ ਵੀ ਉਹ ਨਿਯਮਾਂ ਨੂੰ ਸਮਝਣ ਦੇ ਵਿੱਚ ਜੋ ਐਫਰਟ ਪਾਉਂਦਾ ਹੈ, ਉਹੀਓ ਉਹਨੂੰ ਫਲ ਮਿਲੇਗਾ। ਕਿਉਂਕਿ ਵੱਡਾ ਦਾਤਾ ਤਿਲ ਨਾ ਤਮਾਏ। ਜਿਹੜੇ ਉਹ ਨਿਯਮ ਹਨ, ਉਹਨਾਂ ਦੇ ਅੰਦਰ ਤਿਲ ਜਿਹੜੀ ਤਮਾ ਨਹੀਂ। Because that law of nature will not look, oh, this person does that much part, this person does ardas. That law of nature will not look, that person is poor, that person is rich. That law of nature is already set. All one has to do is begin to understand it. ਕਿਉਂਕਿ ਉਹਨੇ ਨਹੀਂ ਵੇਖਣਾ, ਜਿਹੜਾ ਉਹ ਵਿਧਾਨ ਹੈ ਉਹ ਇਹ ਨਹੀਂ ਵੇਖਦਾ। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਮੀਂਹ ਜਿਹੜਾ ਹੈ, ਜਿਹੜੀ ਧੁੱਪ ਹੈ, ਉਹ ਗਰੀਬ ਤੇ ਵੀ ਉਨੀ ਪੈਂਦੀ ਹੈ ਤੇ ਅਮੀਰ ਤੇ ਵੀ ਉਨੀ ਪੈਂਦੀ ਹੈ। ਕਿਉਂਕਿ ਉਹ ਵੱਡਾ ਦਾਤਾ ਤਿਲ ਨਾ ਤਮਾਏ। ਜਿਹੜੇ ਉਹ ਨਿਯਮ ਹਨ ਉਹ ਆਲਰੇਡੀ ਸੈੱਟ ਹਨ। ਕਿੰਨੀ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਉਹ ਸੈੱਟ ਹਨ। ਜੋ ਵੀ ਬੰਦਾ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਉਹੀ ਉਹਨੂੰ ਫਲ ਮਿਲੇਗਾ। ਕੇਤੇ ਮੰਗੇ ਜੋਧ ਅਪਾਰ। ਕਹਿੰਦੇ ਨੇ ਸੂਰਮਿਆਂ ਵੱਲ ਵੇਖ ਲਓ, ਉਹ ਆਪਣੇ ਜ਼ੋਰ ਦਿਖਾਉਣਾ ਚਾਹੁੰਦੇ ਹਨ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਨਿਯਮਾਂ ਨੂੰ ਸਮਝਿਆ, ਜ਼ਿੰਦਗੀ ਵਿੱਚ ਲਾਗੂ ਕਰਤਾ ਤੇ ਉਹ ਸੂਰਮੇ ਬਣ ਗਏ। ਉਹਨਾਂ ਨੇ ਇਹ ਸਮਝ ਲਿਆ ਕਿ ਸਰੀਰ ਨੂੰ ਆਹ ਖੁਰਾਕ ਚਾਹੀਦੀ ਹੈ,
ਜੇ ਵਧੀਆ ਸਰੀਰ ਨੂੰ ਬਣਾਉਣਾ ਹੈ ਆਹ ਖੁਰਾਕ ਚਾਹੀਦੀ ਹੈ, ਆਹ ਕਸਰਤ ਕਰਨੀ ਚਾਹੀਦੀ ਹੈ, ਸਮਝ ਕੇ ਉਹਨਾਂ ਨੇ ਜ਼ਿੰਦਗੀ ਵਿੱਚ ਲਾਗੂ ਕਰ ਲਿਆ। ਕਈ ਯੋਧੇ ਬਣ ਗਏ, ਕਈ ਸੂਰਮੇ ਬਣ ਗਏ। Pasha says, look around the world. The people that want to understand that system. For example, a warrior wants to be fit. A warrior wants to be strong. And if he wants to be strong, what does he do? Does he do ardas? Does he have to do part? No, he has to understand that system of nature. What food should I put in my body? What exercises should I do so I can become strong and fight on the battlefield? कितने मंगे हैं जूद अपार, कितने गणत नहीं विचार। कहते ते जे कोई विज्ञानी, जे कोई आम बंदा भी निजमां नूं समझना चाहे, फिर ਉਹ ਕੀ ਕਰਦਾ, ਉਹਨੂੰ ਪਾਠ ਕਰਨਾ ਚਾਹੀਦਾ ਹੈ। If a regular human being wants to understand that system, what should he do? Should he do ਪਾਠ? Should he do ਅਰਦਾਸ? ਕੀ ਉਹਨੂੰ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ? ਨਹੀਂ, ਉਹਨੂੰ ਕੀ ਕਰਨਾ ਚਾਹੀਦਾ? ਉਹਨੂੰ ਨਿਯਮਾਂ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ। He has to contemplate on that law of nature. Whatever his field is. Like gravity was Newton's field. What did he do? He contemplated, whatever goes up must come down. He threw an apple up, it had to come down. That is the law of gravity. What did he do? He contemplated on it. He did vichar on it. ਜਿੱਦਾਂ ਜਿਹਨੇ ਗ੍ਰੈਵਿਟੀ ਦੀ ਖੋਜ ਕੀਤੀ ਹੈ ਨਾ, ਉਹਨੇ ਪਾਠ ਕਰਕੇ ਖੋਜ ਕੀਤੀ। ਕਈਆਂ ਨੂੰ ਦੁੱਖ ਲੱਗੇਗਾ। ਮੈਂ ਇਹ ਨਹੀਂ ਕਹਿਣਾ ਪਾਠ ਨਹੀਂ ਕਰਨਾ ਚਾਹੀਦਾ। I'm not saying don't do ਪਾਠ. I'm not saying don't do ਅਰਦਾਸ. But what we must understand is that ਪਾਠ ਗੁਰਬਾਣੀ teaches us to understand that law of nature. ਹਾਂ, ਪਾਠ ਕਰਕੇ ਇਹ ਸੇਧ ਲੈਣ ਦੀ ਕੋਸ਼ਿਸ਼ ਕਰੋ, ਅਰਦਾਸ ਕਰਕੇ ਇਹ ਸਵੈਮਾਨ ਆਪਣੇ ਆਪ ਵਿੱਚ ਭਰਨ ਦੀ ਕੋਸ਼ਿਸ਼ ਕਰੋ ਕਿ ਕੰਮ ਮੈਂ ਹੀ ਕਰਨਾ ਹੈ, ਨਿਯਮਾਂ ਨੂੰ ਮੈਂ ਹੀ ਸਮਝਣਾ ਹੈ, ਲਾਗੂ ਮੈਂ ਹੀ ਕਰਨਾ ਹੈ, ਅਰਦਾਸ ਮੈਂ ਕਰਦਾ ਹਾਂ। You can use that as motivation. ਤੁਹਾਡੀ ਇੱਕ ਮੋਟੀਵੇਸ਼ਨ ਹੈ। ਪਾਠ ਮੈਂ ਕਰਦਾ ਹਾਂ, ਸਮਝਣ ਵਾਸਤੇ ਕਰਦਾ ਹਾਂ, ਸ਼ਾਂਤੀ ਵਾਸਤੇ ਕਰਦਾ ਹਾਂ, ਉਹਨਾਂ 35 ਦੀ ਸੋਚ ਨੂੰ ਸਮਝਣ ਵਾਸਤੇ ਕਰਦਾ ਹਾਂ। I do it to understand what the situation was like, what their vichar was like 500, 600 years ago. But what I must also understand is what I want to be done today. I must do that on my own. ਜਿਹਨੇ ਗ੍ਰੈਵਿਟੀ ਦੀ ਖੋਜ ਕੀਤੀ, ਨਾ ਉਹਨੇ ਪਾਠ ਕਰਕੇ ਖੋਜ ਕੀਤੀ, ਨਾ ਉਹਨੇ ਅਰਦਾਸ ਕਰਕੇ ਖੋਜ ਕੀਤੀ, ਨਹੀਂ, ਉਹਨੇ ਵੇਖਿਆ ਵੀ ਇੱਕ ਸੇ ਹੈ, ਜੇ ਸੇ ਨੂੰ ਅਸੀਂ ਤਾਂ ਨੂੰ ਸੁੱਟਦੇ ਹਾਂ ਤੇ ਉਹਨੇ ਥੱਲੇ ਨੂੰ ਆਉਣਾ ਪੈਣਾ ਉਹਨੂੰ। ਲਾਅ ਆਫ ਗ੍ਰੈਵਿਟੀ ਉੱਥੋਂ ਪੈਦਾ ਹੋਇਆ। ਕਿੱਥੋਂ? ਵਿਚਾਰ ਤੋਂ ਪੈਦਾ ਹੋਇਆ। ਵਿਚਾਰ ਕਾਦੀ ਕੀਤੀ? ਨਿਯਮਾਂ ਦੀ। ਕਿਤੇ ਮੰਗੇ ਹਨ ਜੋਧ ਅਪਾਰ, ਕਿਤਿਆਂ ਗਣਤ ਨਹੀਂ ਵਿਚਾਰ। ਕਹਿੰਦੇ ਨੇ ਇਹ, ਪਰ ਇਹ ਵੀ ਉਲਟਾ ਪਾਸਾ ਵੀ ਹੈ ਕੁਦਰਤ ਵਿੱਚ। And on the other hand, you have people who are doing the complete opposite. ਕਿਤੇ ਖੱਪ ਟੁੱਟੇ ਵਿਕਾਰ, ਕਈ ਵਿਕਾਰਾਂ ਦੇ ਵਿੱਚ ਸੜ ਰਹੇ ਆ। ਕਿਉਂ ਸੜ ਰਿਹਾ? ਕਿ ਸਜ਼ਾ ਦਿੱਤੀ ਰੱਬ ਨੇ? ਨਹੀਂ, ਉਹ ਨਲਾਇਕੀ ਕਰਕੇ ਸੜ ਰਿਹਾ, ਬੇਸਮਝ ਕਰਕੇ ਸੜ ਰਿਹਾ। Did God punish them? The ones that are burning in the fire of their vices, did God punish them? No, they are burning because they wanted to be burned. They are burning because they chose that lifestyle. They chose a life where they chased desire. They chose a life where they had an urge to let their anger out on everyone. They chose a lifestyle where they pursued greed, where they let ego take over their life, where they let attachment take over their life. किते खप टुटे बेकार, किते ले मुकर पाहे. Some gain an understanding of that system of nature. Some gain virtues from that understanding. And where do they give the credit? Do they give that credit to themselves? No, they give that credit to the pujari structure. They give that credit to a God who is a creation of someone's imagination. ਕਹਿੰਦੇ ਨੇ ਕੋਈ ਲੈਂਦਾ ਹੈ, ਕੋਈ ਗੁਣ ਧਾਰਨ ਕਰਦਾ ਹੈ, ਕਿ ਉਹ ਆਪਣੇ ਆਪ ਨੂੰ ਇਹ ਕਹਿੰਦਾ ਹੈ ਕਿ ਸ਼ਾਬਾਸ਼ ਬਈ ਤੂੰ ਗੁਣ ਧਾਰਨ ਕੀਤੇ, ਬੱਲੇ ਤੇਰੇ। ਨਹੀਂ, ਉਹ ਕ੍ਰੈਡਿਟ ਕਿਹਨੂੰ ਦਿੰਦਾ? ਕ੍ਰੈਡਿਟ ਪੁਜਾਰੀ ਨੂੰ ਦੇ ਰਿਹਾ ਹੈ। ਕ੍ਰੈਡਿਟ ਉਹ ਕਿਸੇ ਘੜੇ ਹੋਏ ਰੱਬ ਨੂੰ ਦੇ ਰਿਹਾ ਹੈ। ਕਿਤੇ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਤੇ ਕਈ ਬੇਸਮਝ ਕਰਕੇ ਜ਼ਿੰਦਗੀ ਜੀ ਰਹੇ ਹਨ। And some are living in complete ignorance. Whether the pujari blindfolded them, whether it was their own vices, whether it was their own downfalls, some are living in complete ignorance, utter darkness. ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁੱਖ ਭੂਖ ਸਦ ਮਾਰ।
ਇਹ ਪੇ ਦਾਤ ਤੇਰੀ ਦਾਤਾਰ। Guru Pasha says that in your life there will be obstacles। ਕਹਿੰਦੇ ਨੇ ਦੁੱਖ ਵੀ ਤੇਰੀ ਜ਼ਿੰਦਗੀ ਵਿੱਚ ਆਉਣਗੇ। ਦੁੱਖਾਂ ਦੇ ਨਾਲ ਲੜਨਾ ਕਿਵੇਂ ਹੈ, ਇਹ ਵੀ ਇੱਕ ਦਾਤ ਤੂੰ ਕੁਦਰਤ ਦੇ ਵਿਧਾਨ ਵਿੱਚੋਂ ਲੈ ਸਕਦਾ ਹਾਂ। How you are to fight with those obstacles you can gain an understanding through that law of nature. How you will fight through pain, you can gain an understanding through that law of nature. How you will live when you are happy, you can gain an understanding through that law of nature. ਦੁੱਖਾਂ ਨਾਲ ਲੜਨਾ ਕਿਵੇਂ ਹੈ, ਸੁੱਖਾਂ ਦੇ ਵਿੱਚ ਰਹਿਣਾ ਕਿਵੇਂ ਹੈ, ਭੁੱਖ ਦਾ ਸਾਹਮਣਾ ਕਿਵੇਂ ਕਰਨਾ ਹੈ, ਇਹ ਦਾਤ ਤੁਸੀਂ ਕਿੱਥੋਂ ਪ੍ਰਾਪਤ ਕਰ ਸਕਦੇ ਹੋ? ਇਹ ਦਾਤ ਤੁਸੀਂ ਦਾਤਾਰ ਤੋਂ ਪ੍ਰਾਪਤ ਕਰ ਸਕਦੇ ਹੋ। ਭਾਵ ਇਹ ਦਾਤ ਤੁਸੀਂ ਨਿਯਮਾਂ ਨੂੰ ਸਮਝ ਕੇ ਪ੍ਰਾਪਤ ਕਰ ਸਕਦੇ ਹੋ। ਇਹ ਤੇ ਦਾਤ ਤੇਰੀ ਦਾਤਾਰ, ਬੰਦ ਖਲਾਸੇ ਭਾਣੇ ਹੋਏ। How is liberation gained? Liberation is gained through an understanding of that system। ਯਾਨੀ ਕਿ ਕਿੱਡਾ ਕਲੀਅਰ ਫੈਸਲਾ ਹੈ ਵੀ ਬੰਦ ਖਲਾਸੇ, ਤੁਸੀਂ ਵਿਕਾਰਾਂ ਦੇ ਵਿੱਚ ਵੱਜੇ ਹੋ, ਤੁਸੀਂ ਅਗਿਆਨਤਾ ਦੇ ਵਿੱਚ ਵੱਜੇ ਹੋ, ਤੇ ਖਲਾਸਾ ਕਿਵੇਂ ਪ੍ਰਾਪਤ ਕਰਨਾ ਹੈ? ਭਾਣੇ ਹੋਏ ਨਿਯਮਾਂ ਨੂੰ ਸਮਝ ਕੇ। ਬੰਦ ਖਲਾਸੇ ਭਾਣੇ ਹੋਏ, ਹੋਰ ਆਖ ਨਾ ਸਕੇ ਕੋਈ। ਜੇ ਕੋਈ ਜਾਣਾ ਹੋਰ ਯਤਨ ਕਰਨ ਦੀ ਕੋਸ਼ਿਸ਼ ਕਰਦਾ ਨਾ ਵੀ ਵਿਕਾਰਾਂ ਦੇ ਵਿੱਚ ਮੈਂ ਵੱਜਾ ਹੋਇਆ ਹਾਂ, ਅਗਿਆਨਤਾ ਵਿੱਚ ਮੈਂ ਵੱਜਾ ਹੋਇਆ ਹਾਂ, ਤੇ ਮੈਂ ਸਰੋਵਰਾਂ ਵਿੱਚ ਜਾ ਕੇ ਇਸ਼ਨਾਨ ਕਰਨਾ ਹੈ, ਮੈਂ ਧਾਰਮਿਕ ਸਥਾਨਾਂ ਤੇ ਜਾ ਕੇ ਅਰਦਾਸ ਕਰਨੀ ਹੈ, ਸ਼ਾਇਦ ਵਿਕਾਰਾਂ ਤੋਂ ਮੈਂ ਮੁਕਤੀ ਪ੍ਰਾਪਤ ਕਰ ਸਕਦਾ। ਕਹਿੰਦੇ ਨੇ ਭੁੱਲ ਜਾਓ, ਤੁਸੀਂ ਇਦਾਂ ਨਹੀਂ ਹੋਣਾ। Guru Pasha says that liberation is gained through understanding. There is no other way one can gain liberation, not by bathing in sarovars, not by going to religious places, no, through that understanding। ਬੰਦ ਖਲਾਸੇ ਭਾਣੇ ਹੋਏ, ਹੋਰ ਆਖ ਨਾ ਸਕੇ ਕੋਈ। ਜੇ ਕੋ ਖਾਇਕ ਆਖਣ ਪਾਏ। But if someone says that we have the key to liberation, like our Babbe say today, ਪਰ ਜੇ ਕੋਈ ਪੁਜਾਰੀ ਇਹ ਕਹੇ, ਜੇ ਕੋਈ ਬਾਬਾ ਇਹ ਕਹੇ, ਜੇ ਕੋਈ ਬ੍ਰਹਮ ਗਿਆਨੀ ਇਹ ਕਹੇ ਕਿ ਸਾਡੇ ਕੋਲ ਮੁਕਤੀ ਦੀ ਦਾਤ ਤੁਸੀਂ ਪ੍ਰਾਪਤ ਕਰ ਸਕਦੇ ਹੋ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੇਤਿਆਂ ਮੂੰਹ ਖਾਏ, ਉਹਨੂੰ ਕਿਤੇ ਨਾ ਕਿਤੇ ਜਾ ਕੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ। ਭਾਵੇਂ ਉਹ ਜਦੋਂ ਸ਼ੀਸ਼ੇ ਵਿੱਚ ਵੇਖਦਾ ਹੈ ਨਾ, ਉਦੋਂ ਆਪਣਾ ਆਪ ਨਾਲ ਸ਼ਰਮਿੰਦਗੀ ਮਹਿਸੂਸ ਕਰਦਾ ਹੈ, ਜਾਂ ਸੰਸਾਰ ਦੇ ਸਾਹਮਣੇ ਉਹਨੂੰ ਸ਼ਰਮਿੰਦਾ ਹੋਣਾ ਪਵੇਗਾ। ਕਿਤੇ ਨਾ ਕਿਤੇ ਜਾ ਕੇ ਉਹਨੂੰ ਮੰਨਣਾ ਪਵੇਗਾ ਕਿ ਨਹੀਂ ਯਾਰ, ਮੈਂ ਗਲਤ ਕਰਦਾ ਰਿਹਾ, ਮੈਂ ਧੱਕਾ ਕੀਤਾ ਸਮਾਜ ਦੇ ਨਾਲ, ਮੈਂ ਸਮਾਜ ਨੂੰ ਲੁੱਟ ਕੇ ਖਾ ਲਿਆ। But if someone says that they have the key to liberation, if some Baba, if some Pujari, if some Sant, if some Brahmagyani says this, then one day he will have to regret the things that he did in his life. He will have to regret that he lured the Sangat. He will have to regret that he told them lies in the name of religion to empty their pockets. Whether he faces that regret every night with himself, whether he has to face it in the court of the world, one day he will have to live with that regret. One day he will have to come to terms with it. Ape jane, ape de. But the one who understands that every answer is within that system of nature. ਜੇ ਕੋਈ ਇਹ ਸਮਝੇ ਕਿ ਹਰੇਕ ਸਵਾਲ ਦਾ ਜਵਾਬ ਕੁਦਰਤ ਦੇ ਵਿੱਚ ਹੈ, ਜਾਨੀ ਬਾਰ-ਬਾਰ ਗੁਰੂ ਸਾਹਿਬ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਕਿਤੇ ਹੋਰ ਨਾ ਜਾਈ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਓ, ਬਾਹਰ ਢੂੰਡੇ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜਿਓ। ਆਪਣੇ ਆਪ ਨੂੰ ਖੋਜ, ਆਪਣੇ ਆਪ ਦੀ ਪਛਾਣ ਕਰ, ਹਰੇਕ ਸਵਾਲ ਦਾ ਜਵਾਬ ਤੂੰ ਆਪ ਲੱਭ ਸਕਦਾ ਹੈ। ਆਪੇ ਜਾਣੇ ਆਪੇ ਦੇ, ਆਖੇ ਸੇਪੀ ਕਈ ਕੇ। ਤੇ ਕੋਈ ਵਿਰਲੇ ਹੁੰਦੇ ਹਨ ਜਿਹੜੇ ਇਸ ਨੁਕਤੇ ਨੂੰ ਪਛਾਣਦੇ ਹਨ, ਬਾਕੀ ਤਾਂ ਪੁਜਾਰੀ ਦੇ ਕੋਲ ਜਾਂਦੇ ਹਨ, ਬਾਕੀ ਤਾਂ ਕਿਸੇ ਘੜੇ ਹੋਏ ਰੱਬ ਦੇ ਅੱਗੇ ਅਰਦਾਸਾਂ ਕਰਦੇ ਹਨ। And then there are a rare few who understand this concept, that everything is happening according to that law, and if I want answers to my questions, I have to gain wisdom and unlock those answers for myself. What is the rest of the world doing? The rest of the world is going to Pujari for answers. The rest of the world is doing ardasa in front of a constructed God for answers. ਆਪੇ ਜਾਣੇ ਆਪੇ ਦੇ, ਆਖੇ ਸੇਪੇ ਕਈ ਕੇ। ਜਿਸਨੂੰ ਬਖਸ਼ੇ ਸਿਫਤ ਸਲਾਹ, ਜਿਹੜਾ ਉਹਨਾਂ ਨਿਯਮਾਂ ਨੂੰ ਸਮਝ ਕੇ ਗੁਣ ਜ਼ਿੰਦਗੀ ਵਿੱਚ ਧਾਰਨ ਕਰਦਾ ਹੈ। The one that understands that system of nature brings virtues into his life,
Nanak Patshahi, he becomes a king of kings, meaning he lives life on his own terms. He does not compromise with his values. He would rather sit on the Tatti Tavi before giving up his beliefs. He would rather lose Anandapur before giving up his beliefs. He would rather have his 2 older sons martyred in front of him. He would rather have his 2 younger sons bricked alive in the bricks of Sarhand before compromising with his beliefs. Why? Because he lives life on his own terms. She lives life on her own terms. ਕਹਿੰਦੇ ਜੇ ਸਮਝ ਕੇ ਗੁਣ ਧਾਰਨ ਕਰ ਲਵੇ ਨਾ ਫਿਰ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਉਹ ਆਪਣੀ ਤਕਦੀਰ ਦਾ ਮਾਲਕ ਆਪ ਬਣ ਜਾਂਦਾ ਹੈ। ਫਿਰ ਉਹ ਆਪਣੇ ਜਿੱਦਾਂ ਅੰਗਰੇਜ਼ੀ ਵਿੱਚ ਕਹਾਵਤ ਹੈ ਵੀ ਹੀ ਲਿਵਸ ਔਨ ਹਿਸ ਓਨ ਟਰਮਸ, ਉਹ ਆਪਣੇ ਆਪ ਤੇ ਭਰੋਸਾ ਰੱਖ ਕੇ ਜਿਉਂਦਾ ਹੈ। ਫਿਰ ਜੇ ਤਵੀ ਦਾ ਵੀ ਸਾਹਮਣਾ ਕਰਨਾ ਪਵੇ, ਬੰਦਾ ਕਹਿੰਦਾ ਯਾਰ ਮੈਂ ਤਵੀ ਤੇ ਬਹਿਣ ਲਈ ਤਿਆਰ ਹਾਂ ਪਰ ਮੈਂ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕਰਨਾ। ਜੇ ਆਨੰਦਪੁਰ ਛੱਡਣਾ ਪਵੇ, ਉਹ ਫਿਰ ਪਾਤਸ਼ਾਹਾਂ ਦਾ ਪਾਤਸ਼ਾਹ ਫਿਰ ਕਹਿੰਦਾ ਨਹੀਂ ਮੈਂ ਛੱਡਣ ਲਈ ਤਿਆਰ ਹਾਂ ਪਰ ਮੈਂ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕਰਨਾ। ਇਹ ਦਾਤ ਕਿੱਥੋਂ ਆਈ? ਇਹ ਨਿਯਮਾਂ ਨੂੰ ਸਮਝ ਕੇ ਗੁਣ ਧਾਰਨ ਕਰਕੇ ਆਈ। ਤੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਸਮਝੇ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਸਕਦਾ ਹੈ, ਉਹ ਆਪਣੀ ਤਕਦੀਰ ਦਾ ਮਾਲਕ ਆਪ ਬਣ ਸਕਦਾ ਹੈ। ਸੋ ਆਓ, let us read Gurbani, let us understand Gurbani, let us bring Gurbani into our daily lives so that we may live a life full of confidence, a life full of freedom, like our Guru Pasha and like our forefathers did before us. ਆਓ ਗੁਰਬਾਣੀ ਪੜ੍ਹ ਕੇ, ਗੁਰਬਾਣੀ ਵਿਚਾਰ ਕੇ ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲਈਏ ਜਿਵੇਂ ਕਿ ਸਾਡੇ ਗੁਰੂ ਪਾਤਸ਼ਾਹ ਨੇ ਲਏ ਸਨ। ਗੁਰਬਾਣੀ ਸਮਝ ਕੇ ਇਹ ਵਿਚਾਰ ਜ਼ਿੰਦਗੀ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰੀਏ ਕਿ ਅੱਜ ਦੀ ਡੇਟ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਸਾਡਿਆਂ ਗੁਰੂ ਪਾਤਸ਼ਾਹਾਂ ਨੇ ਸਮਾਜ ਨੂੰ, ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।